ਪੁਰਾਣੇ ਸਮੇਂ ਦੀ ਗੱਲ ਹੈ ਕਿ ਇੱਕ ਰਾਜ ਵਿੱਚ ਰਾਜਾ ਆਤਮ ਦਾ ਰਾਜ ਸੀ। ਉਹ ਬਹੁਤ ਹੀ ਤਾਕਤਵਰ, ਬੁੱਧੀਮਾਨ ਤੇ ਇਨਸਾਫ ਪਸੰਦ ਸੀ, ਪਰ ਉਹ ਆਪਣੀ ਅਕਲ ਤੇ ਮਿਹਨਤ ਉੱਤੇ ਬਹੁਤ ਘਮੰਡ ਕਰਦਾ ਸੀ। ਉਹ ਹਮੇਸ਼ਾ ਕਹਿੰਦਾ ਸੀ ਕਿ ਮੇਰੇ ਰਾਜ ਦੀ ਖੁਸ਼ਹਾਲੀ ਸਿਰਫ ਮੇਰੀ ਮਿਹਨਤ ਦਾ ਨਤੀਜਾ ਹੈ, ਭਾਗ ਤੇ ਪਰਮਾਤਮਾ ਦੀ ਰਜ਼ਾ ਵਰਗੀਆਂ ਗੱਲਾਂ ਕਮਜ਼ੋਰ ਲੋਕਾਂ ਦੇ ਬਹਾਨੇ ਹੁੰਦੇ ਹਨ। ਇੱਕ ਦਿਨ ਦਰਬਾਰ ਵਿੱਚ ਇੱਕ ਬਜ਼ੁਰਗ ਸੰਤ ਆਇਆ ਤੇ ਰਾਜੇ ਨੂੰ ਆਖਿਆ, ਰਾਜਨ, ਤੈਨੂੰ ਲੱਗਦਾ ਹੈ ਕਿ ਸਭ ਕੁਝ ਤੇਰੀ ਮਿਹਨਤ ਦਾ ਫਲ ਹੈ, ਪਰ ਅਸਲ ਵਿੱਚ ਜੋ ਵੀ ਹੁੰਦਾ ਹੈ ਉਹ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਹੈ। ਰਾਜਾ ਹੱਸ ਪਿਆ ਤੇ ਕਿਹਾ, ਜੇਕਰ ਸਭ ਕੁਝ ਪਰਮਾਤਮਾ ਦੀ ਰਜ਼ਾ ਨਾਲ ਹੁੰਦਾ ਹੈ ਤਾਂ ਜੇ ਮੈਂ ਕੋਈ ਵੀ ਫੈਸਲਾ ਲਵਾਂ ਤਾਂ ਉਸ ਦਾ ਨਤੀਜਾ ਵੀ ਪਹਿਲਾਂ ਹੀ ਨਿਸ਼ਚਿਤ ਹੋਵੇਗਾ। ਸੰਤ ਮੁਸਕਰਾਇਆ ਤੇ ਆਖਿਆ, ਹਾਂ, ਤੇ ਮੈਂ ਇਹ ਸਾਬਤ ਵੀ ਕਰ ਸਕਦਾ ਹਾਂ, ਪਰ ਪਹਿਲਾਂ ਤੈਨੂੰ ਮੇਰੀ ਇੱਕ ਸ਼ਰਤ ਮੰਨਣੀ ਪਵੇਗੀ। ਰਾਜਾ ਘਮੰਡ ਨਾਲ ਕਿਹਾ, ਦੱਸੋ, ਕੀ ਸ਼ਰਤ ਹੈ? ਸੰਤ ਨੇ ਕਿਹਾ, ਮੈਂ ਤੈਨੂੰ ਇੱਕ ਅਜਿਹੀ ਅਨੋਖੀ ਪਰਖ ਦੇਵਾਂਗਾ, ਜੇਕਰ ਤੂੰ ਇਸ ਵਿੱਚ ਕਾਮਯਾਬ ਹੋ ਗਿਆ ਤਾਂ ਮੈਂ ਮੰਨ ਲਵਾਂਗਾ ਕਿ ਤੇਰੀ ਮਿਹਨਤ ਹੀ ਸਭ ਕੁਝ ਹੈ, ਪਰ ਜੇ ਹਾਰ ਗਿਆ ਤਾਂ ਤੈਨੂੰ ਮੰਨਣਾ ਪਵੇਗਾ ਕਿ ਜੋ ਕੁਝ ਵੀ ਹੁੰਦਾ ਹੈ ਉਹ ਪਰਮਾਤਮਾ ਦੀ ਮਰਜ਼ੀ ਨਾਲ ਹੀ ਹੁੰਦਾ ਹੈ। ਰਾਜੇ ਨੂੰ ਚੁਣੌਤੀ ਪਸੰਦ ਸੀ, ਉਸਨੇ ਤੁਰੰਤ ਹਾਂ ਕਰ ਦਿੱਤੀ। ਸੰਤ ਮੁਸਕਰਾਇਆ ਤੇ ਕਿਹਾ, ਚੰਗਾ ਰਾਜਨ, ਪਰਖ ਕੱਲ ਸਵੇਰੇ ਹੋਵੇਗੀ, ਤਿਆਰ ਰਹਿਣਾ। ਰਾਜੇ ਨੂੰ ਪੂਰਾ ਯਕੀਨ ਸੀ ਕਿ ਉਹ ਜਿੱਤ ਜਾਵੇਗਾ, ਪਰ ਉਸਨੂੰ ਇਹ ਪਤਾ ਨਹੀਂ ਸੀ ਕਿ ਅਗਲਾ ਦਿਨ ਉਸ ਦੀ ਸੋਚ ਨੂੰ ਪੂਰੀ ਤਰ੍ਹਾਂ ਬਦਲ ਦੇਵੇਗਾ। ਦੂਜੇ ਦਿਨ ਸਵੇਰੇ ਰਾਜਾ ਆਤਮਜਰ ਨੇ ਆਪਣੀ ਸੈਨਾ, ਮੰਤਰੀਆਂ ਅਤੇ ਦਰਬਾਰੀਆਂ ਨੂੰ ਬੁਲਾਇਆ। ਸਾਰਿਆਂ ਨੂੰ ਇਹ ਦੇਖਣ ਦੀ ਉਤਸੁਕਤਾ ਸੀ ਕਿ ਸੰਤ ਰਾਜੇ ਦੀ ਪਰਖ ਕਿਵੇਂ ਲੈਣਗੇ। ਸੰਤ ਮਾਲ ਦੇ ਆਂਗਣ ਵਿੱਚ ਖੜੇ ਸੀ। ਉਹ ਮੁਸਕਰਾਉਂਦੇ ਹੋਏ ਰਾਜੇ ਨੂੰ ਆਖਦੇ ਨੇ, ਰਾਜਨ, ਪਰਖ ਬਹੁਤ ਆਸਾਨ ਹੈ। ਮੈਂ ਤੈਨੂੰ 3 ਕੰਮ ਦੇਵਾਂਗਾ। ਜੇ ਤੂੰ ਆਪਣੀ ਮਿਹਨਤ ਨਾਲ ਇਹ ਪੂਰੇ ਕਰ ਲਏ ਤਾਂ ਮੈਂ ਮੰਨ ਲਵਾਂਗਾ ਕਿ ਭਾਗ ਤੇ ਪਰਮਾਤਮਾ ਦੀ ਰਜ਼ਾ ਵਰਗੀ ਕੋਈ ਚੀਜ਼ ਨਹੀਂ, ਪਰ ਜੇ ਫੇਲ ਹੋ ਗਿਆ ਤਾਂ ਤੈਨੂੰ ਮੇਰੀ ਗੱਲ ਮੰਨਣੀ ਪਏਗੀ। ਰਾਜੇ ਨੇ ਭਰੋਸੇ ਨਾਲ ਕਿਹਾ, ਬਿਲਕੁਲ, ਦੱਸੋ ਪਹਿਲਾ ਕੰਮ ਕੀ ਹੈ? ਸੰਤ ਨੇ ਆਪਣੀ ਝੋਲੀ ਵਿੱਚੋਂ ਇੱਕ ਛੋਟੀ ਜਿਹੀ ਮਿੱਟੀ ਦੀ ਪੁੜੀ ਕੱਢੀ ਤੇ ਕਿਹਾ, ਇਸ ਪੁੜੀ ਵਿੱਚ ਇੱਕ ਮੁੱਠੀ ਭਰ ਮਿੱਟੀ ਹੈ। ਜੇ ਤੇਰੀ ਮਿਹਨਤ ਹੀ ਸਭ ਕੁਝ ਹੈ ਤਾਂ ਇਸ ਨੂੰ ਆਪਣੇ ਹੱਥ ਵਿੱਚ ਲੈ ਕੇ ਸੋਨੇ ਵਿੱਚ ਬਦਲ ਕੇ ਵਿਖਾ। ਰਾਜਾ ਹੱਸ ਪਿਆ ਤੇ ਕਿਹਾ, ਇਹ ਤਾਂ ਅਸੰਭਵ ਹੈ, ਮੈਂ ਕੋਈ ਜਾਦੂਗਰ ਨਹੀਂ ਹਾਂ। ਇਹ ਤਾਂ ਸਿਰਫ ਅਲੌਕਿਕ ਤਾਕਤਾਂ ਹੀ ਕਰ ਸਕਦੀਆਂ ਨੇ। ਸੰਤ ਨੇ ਕਿਹਾ, ਰਾਜਨ, ਮਤਲਬ ਕੁਝ ਚੀਜ਼ਾਂ ਤੇਰੀ ਮਿਹਨਤ ਨਾਲ ਨਹੀਂ, ਕਿਸੇ ਹੋਰ ਸ਼ਕਤੀ ਨਾਲ ਹੁੰਦੀਆਂ ਨੇ। ਰਾਜਾ ਚੁੱਪ ਹੋ ਗਿਆ, ਪਰ ਫਿਰ ਕਿਹਾ, ਇਹ ਤਾਂ ਇੱਕ ਚਾਲ ਸੀ। ਦੂਜਾ ਕੰਮ ਦੱਸੋ, ਇਹ ਤਾਂ ਮੈਂ ਜ਼ਰੂਰ ਪੂਰਾ ਕਰਾਂਗਾ। ਸੰਤ ਰਾਜੇ ਨੂੰ ਆਪਣੇ ਨਾਲ ਦਰਿਆ ਕੰਢੇ ਲੈ ਗਏ। ਉੱਥੇ ਇੱਕ ਗਰੀਬ ਮੱਝੀ ਟੁੱਟੀ-ਫੁੱਟੀ ਨਾਵ ਵਿੱਚ ਬੈਠਾ ਸੀ। ਸੰਤ ਨੇ ਕਿਹਾ, ਰਾਜਨ, ਇਸ ਮੱਝੀ ਨੂੰ ਆਖੋ ਕਿ ਇਹ ਆਪਣੀ ਨਾਵ ਨੂੰ ਮਿਹਨਤ ਨਾਲ ਠੀਕ ਕਰੇ ਤੇ ਦਰਿਆ ਪਾਰ ਕਰੇ। ਰਾਜੇ ਨੇ ਹੁਕਮ ਦਿੱਤਾ। ਮੱਝੀ ਨੇ ਪੂਰੀ ਕੋਸ਼ਿਸ਼ ਕੀਤੀ, ਪਰ ਜਿਵੇਂ ਹੀ ਨਾਵ ਨੂੰ ਦਰਿਆ ਵਿੱਚ ਛੱਡਿਆ, ਤਿੱਖੀਆਂ ਲਹਿਰਾਂ ਨੇ ਉਸ ਨੂੰ ਉਲਟਾ ਦਿੱਤਾ। ਮੱਝੀ ਪਾਣੀ ਵਿੱਚ ਡਿੱਗ ਪਿਆ। ਰਾਜਾ ਘਬਰਾ ਗਿਆ ਤੇ ਸਿਪਾਹੀਆਂ ਨੂੰ ਉਸ ਨੂੰ ਬਚਾਉਣ ਭੇਜਿਆ। ਮੱਝੀ ਕਿਸੇ ਤਰ੍ਹਾਂ ਬਚ ਗਿਆ, ਪਰ ਉਸ ਦੀ ਨਾਵ ਪੂਰੀ ਤਰ੍ਹਾਂ ਵਹਿ ਗਈ। ਸੰਤ ਮੁਸਕਰਾਏ ਤੇ ਕਿਹਾ, ਰਾਜਨ, ਮੱਝੀ ਨੇ ਪੂਰੀ ਮਿਹਨਤ ਕੀਤੀ, ਪਰ ਫਿਰ ਵੀ ਉਸ ਦਾ ਕੰਮ ਨਹੀਂ ਬਣਿਆ, ਕਿਉਂਕਿ ਪਰਮਾਤਮਾ ਦੀ ਰਜ਼ਾ ਹੋਰ ਸੀ। ਰਾਜਾ ਥੋੜਾ ਅਸਹਿਜ ਹੋਇਆ, ਪਰ ਫਿਰ ਵੀ ਕਿਹਾ, ਹਲੇ ਤਾਂ ਇੱਕ ਕੰਮ ਬਚਾ ਹੈ, ਮੈਂ ਹਾਰ ਨਹੀਂ ਮੰਨੂਗਾ। ਸੰਤ ਰਾਜੇ ਨੂੰ ਜੰਗਲ ਵਿੱਚ ਲੈ ਗਏ ਤੇ ਇੱਕ ਪੁਰਾਣੇ ਦਰਖਤ ਕੋਲ ਰੁਕੇ। ਉੱਥੇ ਇੱਕ ਫਲ ਲਟਕ ਰਿਹਾ ਸੀ ਜੋ ਦੇਖਣ ਵਿੱਚ ਬਹੁਤ ਹੀ ਚਮਕਦਾਰ ਸੀ। ਸੰਤ ਨੇ ਕਿਹਾ, ਰਾਜਨ, ਜੇ ਮਿਹਨਤ ਹੀ ਸਭ ਕੁਝ ਹੈ ਤਾਂ ਇਸ ਫਲ ਨੂੰ ਤੋੜੋ ਤੇ ਖਾ ਕੇ ਅਮਰ ਹੋ ਜਾਓ। ਰਾਜਾ ਹੱਸ ਕੇ ਕਹਿੰਦਾ, ਇਹ ਕਿਹੋ ਜਿਹਾ ਮਜ਼ਾਕ ਹੈ? ਅਮਰਤਾ ਤਾਂ ਸਿਰਫ ਦੇਵਤਿਆਂ ਨੂੰ ਮਿਲਦੀ ਹੈ, ਇਹ ਫਲ ਖਾ ਕੇ ਕੋਈ ਅਮਰ ਨਹੀਂ ਹੋ ਸਕਦਾ। ਸੰਤ ਗੰਭੀਰ ਹੋ ਗਏ ਤੇ ਕਹਿਣ ਲੱਗੇ, ਤਾਂ ਫਿਰ ਤੁਸੀਂ ਮੰਨਦੇ ਹੋ ਕਿ ਕੁਝ ਚੀਜ਼ਾਂ ਮਿਹਨਤ ਨਾਲ ਨਹੀਂ, ਪਰਮਾਤਮਾ ਦੀ ਰਜ਼ਾ ਨਾਲ ਹੁੰਦੀਆਂ ਨੇ? ਰਾਜਾ ਚੁੱਪ ਹੋ ਗਿਆ। ਉਸ ਨੂੰ ਸਮਝ ਆਉਣ ਲੱਗ ਪਿਆ ਸੀ ਕਿ ਸ਼ਾਇਦ ਉਹ ਗਲਤ ਸੀ। ਸੰਤ ਨੇ ਸ਼ਾਂਤ ਸੁਭਾਅ ਵਿੱਚ ਕਿਹਾ, ਰਾਜਨ, ਤੁਸੀਂ ਪੂਰੀ ਮਿਹਨਤ ਕੀਤੀ, ਪਰ ਫਿਰ ਵੀ ਇਹ ਕੰਮ ਪੂਰੇ ਨਾ ਕਰ ਸਕੇ, ਕਿਉਂਕਿ ਕੁਝ ਚੀਜ਼ਾਂ ਇਨਸਾਨ ਦੇ ਕਾਬੂ 'ਚ ਨਹੀਂ ਹੁੰਦੀਆਂ। ਜੋ ਕੁਝ ਵੀ ਹੁੰਦਾ ਹੈ ਉਹ ਪਰਮਾਤਮਾ ਦੀ ਮਰਜ਼ੀ ਨਾਲ ਹੀ ਹੁੰਦਾ ਹੈ। ਰਾਜੇ ਦੀਆਂ ਅੱਖਾਂ 'ਚ ਪਹਿਲੀ ਵਾਰੀ ਅੰਕਾਰ ਦੀ ਥਾਂ ਇੱਕ ਸਵਾਲ ਸੀ, ਕੀ ਵਾਕਈ ਉਸ ਦੀ ਮਿਹਨਤ ਹੀ ਸਭ ਕੁਝ ਨਹੀਂ ਸੀ? ਰਾਜਾ ਆਤਮਜਰ ਗੰਭੀਰ ਸੋਚਾਂ 'ਚ ਡੁੱਬ ਗਿਆ ਸੀ। ਉਹ ਆਪਣੀ ਪੂਰੀ ਕੋਸ਼ਿਸ਼ ਦੇ ਬਾਵਜੂਦ ਤਿੰਨੇ ਕੰਮ ਪੂਰੇ ਨਹੀਂ ਕਰ ਸਕਿਆ ਸੀ। ਰਾਜੇ ਦੇ ਮਨ ਵਿੱਚ ਪਹਿਲੀ ਵਾਰੀ ਸੰਦੇਹ ਪੈਦਾ ਹੋਇਆ ਕਿ ਕੀ ਸੱਚਮੁੱਚ ਮਿਹਨਤ ਹੀ ਸਭ ਕੁਝ ਨਹੀਂ ਹੁੰਦੀ? ਕੀ ਵਾਕਈ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਕੁਝ ਵੀ ਸੰਭਵ ਨਹੀਂ? ਪਰ ਰਾਜਾ ਆਪਣੀ ਹਾਰ ਮੰਨਣ ਨੂੰ ਤਿਆਰ ਨਹੀਂ ਸੀ। ਉਸਨੇ ਗੁੱਸੇ 'ਚ ਸੰਤ ਵੱਲ ਵੇਖਦੇ ਹੋਏ ਕਿਹਾ, ਇਹ ਸਿਰਫ ਸੰਯੋਗ ਸੀ। ਇਹਨਾਂ 3 ਕੰਮਾਂ 'ਚ ਬਾਰੀ ਰੁਕਾਵਟਾਂ ਸੀ, ਪਰ ਮੈਂ ਅਜੇ ਵੀ ਮੰਨਦਾ ਹਾਂ ਕਿ ਮੇਰੀ ਮਿਹਨਤ ਹੀ ਸਭ ਕੁਝ ਹੈ। ਸੰਤ ਮੁਸਕਰਾਏ ਤੇ ਕਹਿਣ ਲੱਗੇ, ਕੀ ਤੁਸੀਂ ਮੇਰੀ ਇੱਕ ਹੋਰ ਪ੍ਰੀਖਿਆ ਲਈ ਤਿਆਰ ਹੋ? ਰਾਜਾ ਹਾਰ ਮੰਨਣ ਲਈ ਤਿਆਰ ਨਹੀਂ ਸੀ। ਉਸਨੇ ਫੌਰਨ ਹਾਮੀ ਭਰ ਲਈ। ਸੰਤ ਰਾਜੇ ਨੂੰ ਜੰਗਲ ਦੇ ਹੋਰ ਅੰਦਰ ਲੈ ਗਏ ਤੇ ਇੱਕ ਵੱਡੇ ਦਰਖਤ ਹੇਠ ਬਿਠਾਇਆ, ਜਿੱਥੇ ਇੱਕ ਬੁੱਢਾ ਲੱਕੜਹਾਰਾ ਆਰਾਮ ਕਰ ਰਿਹਾ ਸੀ। ਉਸ ਦੇ ਕੱਪੜੇ ਫਟੇ ਹੋਏ ਸਨ, ਸਰੀਰ ਕਮਜ਼ੋਰ ਸੀ
ਪਰ ਅੱਖਾਂ 'ਚ ਸੰਤੋਖ ਦੀ ਚਮਕ ਸੀ। ਸੰਤ ਨੇ ਰਾਜੇ ਨੂੰ ਕਿਹਾ, ਇਸ ਲੱਕੜਹਾਰੇ ਨੂੰ ਵੇਖੋ, ਇਹ ਹਰ ਰੋਜ਼ ਮਿਹਨਤ ਕਰਦਾ ਹੈ ਪਰ ਫਿਰ ਵੀ ਗਰੀਬ ਹੈ। ਜੇ ਮਿਹਨਤ ਹੀ ਸਭ ਕੁਝ ਹੁੰਦੀ ਤਾਂ ਇਹ ਅੱਜ ਰਾਜਾ ਹੁੰਦਾ। ਰਾਜਾ ਤੁਰੰਤ ਬੋਲਾ, ਇਹ ਲੱਕੜਹਾਰਾ ਸ਼ਾਇਦ ਉਤਨੀ ਮਿਹਨਤ ਨਹੀਂ ਕਰਦਾ ਜਿੰਨੀ ਮੈਂ ਕੀਤੀ ਹੈ। ਮੈਂ ਆਪਣੀ ਮਿਹਨਤ ਤੇ ਅਕਲ ਨਾਲ ਰਾਜਾ ਬਣਿਆ ਹਾਂ। ਸੰਤ ਨੇ ਹੱਸ ਕੇ ਲੱਕੜਹਾਰੇ ਨੂੰ ਪੁੱਛਿਆ, ਪੁੱਤਰ ਤੇਰਾ ਨਾਮ ਕੀ ਹੈ? ਲੱਕੜਹਾਰੇ ਨੇ ਜਵਾਬ ਦਿੱਤਾ, ਸਵਾਮੀ ਜੀ, ਮੇਰਾ ਨਾਮ ਰਘੂ ਹੈ। ਸੰਤ ਨੇ ਕਿਹਾ, ਰਘੂ, ਜੇ ਮੈਂ ਤੈਨੂੰ ਇੱਕ ਮੌਕਾ ਦਿਆਂ ਕਿ ਤੂੰ ਰਾਜਾ ਬਣ ਸਕਦਾ ਹੈ ਤਾਂ ਕੀ ਤੂੰ ਇਹ ਮੌਕਾ ਲੈਣਾ ਚਾਹੇਂਗਾ? ਲੱਕੜਹਾਰਾ ਮੁਸਕਰਾਇਆ ਅਤੇ ਕਿਹਾ, ਸਵਾਮੀ ਜੀ, ਮੈਂ ਖੁਸ਼ ਹਾਂ। ਮੇਰੇ ਕੋਲ ਜੋ ਕੁਝ ਵੀ ਹੈ ਉਹ ਮੇਰੇ ਲਈ ਕਾਫੀ ਹੈ। ਜੇ ਮੈਂ ਰਾਜਾ ਬਣਨ ਲਈ ਬਣਿਆ ਹੁੰਦਾ ਤਾਂ ਜਨਮ ਤੋਂ ਹੀ ਰਾਜਘਰਾਨੇ ਵਿੱਚ ਪੈਦਾ ਹੁੰਦਾ। ਰਾਜਾ ਹੈਰਾਨ ਹੋ ਗਿਆ। ਉਸਨੇ ਕਦੇ ਵੀ ਇਸ ਨਜ਼ਰੀਏ ਤੋਂ ਸੋਚਿਆ ਨਹੀਂ ਸੀ। ਉਹ ਇਹ ਸਮਝ ਨਹੀਂ ਪਾ ਰਿਹਾ ਸੀ ਕਿ ਇਹ ਗਰੀਬ ਆਦਮੀ ਆਪਣੇ ਭਾਗਰੇ ਤੋਂ ਸੰਤੁਸ਼ਟ ਕਿਵੇਂ ਹੋ ਸਕਦਾ ਹੈ। ਸੰਤ ਨੇ ਰਾਜੇ ਨੂੰ ਧਿਆਨ ਨਾਲ ਦੇਖਿਆ ਅਤੇ ਗੰਭੀਰ ਸਵਰ ਵਿੱਚ ਕਿਹਾ, ਰਾਜਨ, ਤੁਸੀਂ ਇੱਕ ਭਵਿੱਖਬਾਣੀ ਸੁਣਨੀ ਹੋਵੇਗੀ। ਰਾਜਾ ਜਾਗਰੂਕ ਹੋ ਗਿਆ ਕਿਉਂਕਿ ਉਹ ਅੰਧ ਵਿਸ਼ਵਾਸ 'ਚ ਵਿਸ਼ਵਾਸ ਨਹੀਂ ਕਰਦਾ ਸੀ, ਪਰ ਸੰਤ ਦੀਆਂ ਗੱਲਾਂ ਵਿੱਚ ਕੁਝ ਐਸਾ ਸੀ ਜੋ ਉਸਨੂੰ ਬੇਚੈਨ ਕਰ ਰਿਹਾ ਸੀ। ਸੰਤ ਨੇ ਗਹਿਰਾ ਸਾਹ ਲਿਆ ਅਤੇ ਕਿਹਾ, ਇੱਕ ਹਫ਼ਤੇ ਵਿੱਚ ਤੁਹਾਡੇ ਰਾਜ ਤੇ ਭਾਰੀ ਸੰਕਟ ਆਉਣ ਵਾਲਾ ਹੈ। ਤੁਹਾਡੀ ਸਾਰੀ ਮਿਹਨਤ ਅਤੇ ਅਕਲ ਇਸ ਸੰਕਟ ਨੂੰ ਰੋਕ ਨਹੀਂ ਸਕੇਗੀ। ਜੇ ਤੁਸੀਂ ਸੱਚਮੁੱਚ ਮੰਨਦੇ ਹੋ ਕਿ ਮਿਹਨਤ ਹੀ ਸਭ ਕੁਝ ਹੈ ਤਾਂ ਇਸ ਨੂੰ ਰੋਕ ਕੇ ਦਿਖਾਓ। ਪਰ ਯਾਦ ਰੱਖਣਾ, ਇਹ ਸੰਕਟ ਪਰਮਾਤਮਾ ਦੀ ਮਰਜ਼ੀ ਨਾਲ ਆਏਗਾ। ਰਾਜੇ ਦੇ ਮੱਥੇ ਤੇ ਪਸੀਨਾ ਆ ਗਿਆ। ਉਹ ਜਾਣਨਾ ਚਾਹੁੰਦਾ ਸੀ ਕਿ ਇਹ ਸੰਕਟ ਕੀ ਹੋਵੇਗਾ, ਪਰ ਸੰਤ ਨੇ ਕੁਝ ਨਹੀਂ ਕਿਹਾ। ਉਹ ਬਸ ਮੁਸਕਰਾਏ ਅਤੇ ਉੱਥੇ ਤੋਂ ਚਲੇ ਗਏ। ਰਾਜਾ ਵਾਪਸ ਮਹਿਲ ਲੌਟ ਆਇਆ, ਪਰ ਉਸਦਾ ਮਨ ਹੁਣ ਅਸ਼ਾਂਤ ਸੀ। ਇੱਕ ਹਫ਼ਤਾ ਬੀਤ ਗਿਆ। ਰਾਜਾ ਹਰ ਪਲ ਸਤਰਕ ਸੀ। ਹਰ ਕੋਨੇ ਤੇ ਸੈਨਿਕਾਂ ਨੂੰ ਤੈਨਾਤ ਕਰ ਦਿੱਤਾ ਗਿਆ ਸੀ, ਪਰ ਕੁਝ ਵੀ ਅਪਰਸਭਾਵਕ ਨਹੀਂ ਹੋਇਆ। ਰਾਜਾ ਨੂੰ ਹੁਣ ਵਿਸ਼ਵਾਸ ਹੋਣ ਲੱਗਾ ਸੀ ਕਿ ਸੰਤ ਦੀ ਭਵਿੱਖਬਾਣੀ ਝੂਠੀ ਸੀ। ਪਰ 7ਵੇਂ ਦਿਨ ਅਚਾਨਕ ਆਕਾਸ਼ ਵਿੱਚ ਕਾਲੇ ਬਾਦਲ ਘਿਰ ਆਏ। ਤੇਜ਼ ਆਂधी ਚਲੀ। ਕੁਝ ਹੀ ਦੇਰ ਵਿੱਚ ਮੀਂਹ ਐਸਾ ਹੋਇਆ ਕਿ ਪੂਰੀ ਰਾਜ ਵਿੱਚ ਬਾੜ ਆ ਗਈ। ਨਦੀ ਦਾ ਜਲਸਤਰ ਵਧਣ ਲੱਗਾ। ਰਾਜ ਮਲ ਵੀ ਇਸ ਦੀ ਚਪੇਟ ਵਿੱਚ ਆਣੇ ਲੱਗਾ। ਸੈਨਿਕਾਂ ਅਤੇ ਆਮ ਨਾਗਰਿਕਾਂ ਨੇ ਬਚਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਸਭ ਬੇਕਾਰ ਸੀ। ਰਾਜਾ ਆਤਮਜਰ ਆਪਣੇ ਮਹਿਲ ਦੀ ਉੱਚੀ ਮੀਨਾਰ ਤੇ ਖੜਾ ਇਹ ਦ੍ਰਿਸ਼ ਦੇਖ ਰਿਹਾ ਸੀ। ਉਸਨੇ ਆਪਣੀ ਪੂਰੀ ਮਿਹਨਤ ਨਾਲ ਇਹ ਰਾਜ ਬਣਾਇਆ ਸੀ, ਪਰ ਹੁਣ ਉਹ ਦੇਖ ਰਿਹਾ ਸੀ ਕਿ ਕਿਵੇਂ ਕੁਝ ਹੀ ਪਲਾਂ ਵਿੱਚ ਪ੍ਰਕਿਰਤੀ ਉਸ ਦੀ ਸਾਰੀ ਮਿਹਨਤ ਨੂੰ ਨਸ਼ਟ ਕਰ ਸਕਦੀ ਸੀ। ਰਾਜਾ ਸਮਝ ਗਿਆ ਸੀ ਕਿ ਉਸ ਦੀ ਮਿਹਨਤ ਨੇ ਉਸ ਨੂੰ ਰਾਜਾ ਬਣਾਇਆ, ਪਰ ਉਸ ਦੀ ਮਿਹਨਤ ਪ੍ਰਕਿਰਤੀ ਅਤੇ ਭਾਗਯ ਨੂੰ ਨਹੀਂ ਬਦਲ ਸਕਦੀ ਸੀ। ਰਾਜ ਦਾ ਹਾਲਤ ਖਰਾਬ ਹੋ ਰਹੀ ਸੀ। ਰਾਜਾ ਘੁਟਨਿਆ ਤੇ ਬੈਠ ਗਿਆ ਅਤੇ ਪਹਿਲੀ ਵਾਰੀ ਉਸਨੇ ਸਿਰ ਝੁਕਾਇਆ। ਉਸਨੇ ਬੁਬੁਦਾਤੇ ਹੋਏ ਕਿਹਾ, ਹੁਣ ਮੈਨੂੰ ਸਮਝ ਆ ਗਿਆ, ਜੋ ਵੀ ਹੁੰਦਾ ਹੈ ਉਹ ਈਸ਼ਵਰ ਦੀ ਮਰਜ਼ੀ ਨਾਲ ਹੀ ਹੁੰਦਾ ਹੈ। ਠੀਕ ਉਸੇ ਸਮੇਂ ਸੰਤ ਉੱਥੇ ਪ੍ਰਗਟ ਹੋਏ। ਉਹਨਾਂ ਨੇ ਰਾਜਾ ਦੇ ਕੰਧੇ ਤੇ ਹੱਥ ਰੱਖਿਆ ਅਤੇ ਮੁਸਕਰਾ ਕੇ ਕਿਹਾ, ਰਾਜਨ, ਜਦੋਂ ਤੱਕ ਤੁਸੀਂ ਖੁਦ ਅਨੁਭਵ ਨਹੀਂ ਕਰ ਲੈਂਦੇ ਤਦ ਤੱਕ ਤੁਸੀਂ ਸੱਚਾਈ ਨੂੰ ਸਵੀਕਾਰ ਨਹੀਂ ਕਰ ਪਾਉਂਦੇ। ਪਰ ਹੁਣ ਤੁਸੀਂ ਸਿੱਖ ਲਿਆ ਹੈ ਕਿ ਇਸ ਸੰਸਾਰ ਵਿੱਚ ਸਾਰਾ ਕੁਝ ਈਸ਼ਵਰ ਦੀ ਮਰਜ਼ੀ ਨਾਲ ਹੀ ਹੁੰਦਾ ਹੈ। ਰਾਜਾ ਦੀਆਂ ਅੱਖਾਂ ਤੋਂ ਅੰਸੂ ਵਰਸ ਪਏ। ਉਸਨੇ ਪਹਿਲੀ ਵਾਰੀ ਗਮੰਡ ਛੱਡ ਕੇ ਆਪਣੇ ਭਾਗਯ ਨੂੰ ਸਵੀਕਾਰ ਕਰ ਲਿਆ। ਰਾਜਾ ਘੁਟਨਿਆਂ ਤੇ ਡਿੱਗ ਪਿਆ। ਉਸ ਦੀ ਅੱਖਾਂ ਤੋਂ ਅੰਸੂ ਟੂਲ ਰਹੇ ਸਨ। ਜਿਸ ਰਾਜ ਨੂੰ ਉਸਨੇ ਆਪਣੇ ਪਰਿਸ਼ਰਮ ਨਾਲ ਖੜਾ ਕੀਤਾ ਸੀ, ਉਹ ਇੱਕ ਹੀ ਝਟਕੇ ਵਿੱਚ ਬਰਬਾਦ ਹੋ ਗਿਆ ਸੀ। ਉਸ ਦੇ ਸੈਨਿਕ, ਮੰਤਰੀ ਅਤੇ ਜਨਤਾ ਸਾਰੇ ਸੰਕਟ ਵਿੱਚ ਸਨ। ਸੰਤ ਨੇ ਰਾਜਾ ਦੇ ਕੰਧੇ ਤੇ ਹੱਥ ਰੱਖਿਆ ਅਤੇ ਕਿਹਾ, ਰਾਜਨ, ਹੁਣ ਤੁਸੀਂ ਸਮਝ ਗਏ ਹੋ ਕਿ ਜੋ ਕੁਝ ਵੀ ਹੁੰਦਾ ਹੈ ਉਹ ਈਸ਼ਵਰ ਦੀ ਮਰਜ਼ੀ ਨਾਲ ਹੁੰਦਾ ਹੈ। ਰਾਜਾ ਦੀਆਂ ਅੱਖਾਂ ਵਿੱਚ ਹੁਣ ਕੋਈ ਅਨਕਾਰ ਨਹੀਂ ਸੀ। ਉਸਨੇ ਭਾਰੀ ਆਵਾਜ਼ ਵਿੱਚ ਕਿਹਾ, ਮੈਂ ਸਮਝ ਗਿਆ ਗੁਰੂਦੇਵ, ਪਰ ਹੁਣ ਕੀ ਮੈਂ ਇਸ ਬਰਬਾਦੀ ਨੂੰ ਸਵੀਕਾਰ ਕਰਕੇ ਬਸ ਬੈਠ ਜਾਵਾਂ? ਸੰਤ ਮੁਸਕਰਾਏ ਅਤੇ ਕਿਹਾ, ਜੋ ਹੁੰਦਾ ਹੈ ਉਹ ਈਸ਼ਵਰ ਦੀ ਮਰਜ਼ੀ ਨਾਲ ਹੁੰਦਾ ਹੈ, ਪਰ ਇਸ ਦਾ ਇਹ ਅਰਥ ਨਹੀਂ ਕਿ ਮਨੁੱਖ ਨੂੰ ਕੋਸ਼ਿਸ਼ ਕਰਨਾ ਛੱਡ ਦੇਣਾ ਚਾਹੀਦਾ ਹੈ। ਕੋਸ਼ਿਸ਼ ਤੁਹਾਡਾ ਕਰਤੱਵ ਹੈ ਅਤੇ ਫਲ ਈਸ਼ਵਰ ਦੀ ਇੱਛਾ ਤੇ ਨਿਰਭਰ ਹੈ। ਰਾਜਾ ਨੇ ਸਿਰ ਉਠਾਇਆ। ਸੰਤ ਦੀਆਂ ਗੱਲਾਂ ਵਿੱਚ ਗਹਿਰਾ ਅਰਥ ਸੀ। ਰਾਜ ਸ਼ਹਿਰ ਤਬਾਹ ਹੋ ਚੁੱਕਾ ਸੀ। ਖਾਣ ਪੀਣ ਦੀ ਘਾਟ ਹੋ ਗਈ ਸੀ। ਲੋਕ ਭੂਖ ਅਤੇ ਬਿਮਾਰੀ ਨਾਲ ਮਰ ਰਹੇ ਸਨ। ਰਾਜੇ ਨੂੰ ਫਿਰ ਤੋਂ ਖੜਾ ਕਰਨਾ ਅਸੰਭਵ ਲੱਗ ਰਿਹਾ ਸੀ, ਪਰ ਰਾਜਾ ਨੇ ਹਾਰ ਨਹੀਂ ਮੰਨੀ। ਉਸਨੇ ਆਪਣੀ ਪ੍ਰਜਾ ਨਾਲ ਮਿਲ ਕੇ ਮਲਬੇ ਵਿੱਚੋਂ ਨਵਾਂ ਰਾਜ ਬਣਾਉਣ ਦੀ ਠਾਣੀ, ਪਰ ਸਮੱਸਿਆ ਇਹ ਸੀ ਕਿ ਸੰਸਾਧਨ ਕਿੱਥੋਂ ਲਾਏ ਜਾਣ। ਰਾਜਾ ਨੇ ਆਪਣੀ ਪੂਰੀ ਸੰਪਤੀ ਦਾਨ ਕਰ ਦਿੱਤੀ, ਪਰ ਫਿਰ ਵੀ ਕਾਫੀ ਨਹੀਂ ਸੀ। ਇੱਕ ਰਾਤ ਜਦੋਂ ਰਾਜਾ ਮਲ ਦੇ ਖੰਡਰ ਵਿੱਚ ਬੈਠਾ ਸੀ, ਸੰਤ ਫਿਰ ਤੋਂ ਪ੍ਰਗਟ ਹੋਏ। ਉਹਨਾਂ ਨੇ ਕਿਹਾ, ਰਾਜਨ, ਯਾਦ ਹੈ ਮੈਂ ਤੁਸੀਂ ਤੋਂ ਕਿਹਾ ਸੀ ਕਿ ਜੇਕਰ ਮਿਹਨਤ ਹੀ ਸਭ ਕੁਝ ਹੁੰਦਾ ਤਾਂ ਹਰ ਮਿਹਨਤੀ ਆਦਮੀ ਰਾਜਾ ਹੁੰਦਾ। ਹੁਣ ਸਮਾਂ ਆ ਗਿਆ ਹੈ ਕਿ ਤੁਸੀਂ ਇਹ ਵੀ ਦੇਖੋ ਕਿ ਜਦੋਂ ਈਸ਼ਵਰ ਕਿਸੇ ਤੇ ਕਿਰਪਾ ਕਰਦਾ ਹੈ ਤਾਂ ਕਿਵੇਂ ਅਸੰਭਵ ਵੀ ਸੰਭਵ ਹੋ ਜਾਂਦਾ ਹੈ। ਰਾਜਾ ਹੈਰਾਨ ਹੋ ਗਿਆ।
ਸੰਤ ਨੇ ਮੁਸਕਰਾ ਕੇ ਰਾਜਾ ਨੂੰ ਆਪਣੇ ਪਿੱਛੇ ਆਉਣ ਦਾ ਇਸ਼ਾਰਾ ਕੀਤਾ। ਉਹ ਉਸ ਨੂੰ ਇੱਕ ਗੁਪਤ ਮਾਰਗ ਰਾਹੀਂ ਬਾਹਰ ਲੈ ਗਏ ਅਤੇ ਜੰਗਲ ਦੀ ओर ਚੱਲ ਪਏ। ਘਣੇ ਜੰਗਲ ਦੇ ਵਿੱਚ ਇੱਕ ਰਹੱਸਮਈ ਗੁਫਾ ਸੀ। ਸੰਤ ਨੇ ਰਾਜਾ ਤੋਂ ਕਿਹਾ, ਰਾਜਨ, ਇਸ ਗੁਫਾ ਵਿੱਚ ਜਾਓ ਅਤੇ ਜੋ ਵੀ ਉੱਥੇ ਪਾਓ ਉਸ ਨੂੰ ਸਵੀਕਾਰ ਕਰੋ, ਪਰ ਯਾਦ ਰੱਖਣਾ ਇਹ ਈਸ਼ਵਰ ਦੀ ਮਰਜ਼ੀ ਹੈ, ਨਾ ਕਿ ਤੁਹਾਡੀ ਮਿਹਨਤ। ਰਾਜਾ ਭਾਰੀ ਕਦਮਾਂ ਨਾਲ ਗੁਫਾ ਵਿੱਚ ਗਿਆ। ਜਿੱਥੇ ਉਸਨੇ ਜੋ ਦੇਖਿਆ ਉਸ ਦੀ ਅੱਖਾਂ ਫਟੀਆਂ ਰਹਿ ਗਈਆਂ। ਗੁਫਾ ਵਿੱਚ ਸੋਨਾ, ਚਾਂਦੀ ਅਤੇ ਬਹੁਮੂਲੀ ਰਤਨਾਂ ਦਾ ਭੰਡਾਰ ਸੀ। ਰਾਜਾ ਦੀਆਂ ਅੱਖਾਂ ਵਿੱਚ ਅਸ਼ਚਰਜ ਸੀ। ਉਹ ਸੋਚਣ ਲੱਗਾ ਕਿ ਇਹ ਕਿੱਥੋਂ ਆਇਆ, ਕਿਸਨੇ ਇਸ ਨੂੰ ਇੱਥੇ ਰੱਖਿਆ, ਕਿ ਇਹ ਸੱਚਮੁੱਚ ਮੇਰੀ ਕਿਸਮਤ ਦਾ ਹਿੱਸਾ ਸੀ। ਸੰਤ ਨੇ ਪਿੱਛੇ ਤੋਂ ਆਵਾਜ਼ ਦਿੱਤੀ, ਰਾਜਨ, ਇਸ ਨੂੰ ਸਵੀਕਾਰ ਕਰੋ, ਇਹ ਉਹ ਹੈ ਜੋ ਈਸ਼ਵਰ ਨੇ ਤੁਹਾਡੇ ਲਈ ਰੱਖਿਆ ਸੀ। ਮਿਹਨਤ ਕਰਨ ਵਾਲੇ ਨੂੰ ਉਸ ਦਾ ਫਲ ਅਵਸ਼ਯ ਮਿਲਦਾ ਹੈ, ਪਰ ਸਮਾਂ ਅਤੇ ਭਾਗਯ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਰਾਜੇ ਦਾ ਪੁਨਰ ਨਿਰਮਾਣ ਕਰਨ ਲਈ ਰਾਜਾ ਨੇ ਇਸ ਸਥਾਨ ਦਾ ਉਪਯੋਗ ਕੀਤਾ ਅਤੇ ਆਪਣੇ ਰਾਜ ਨੂੰ ਫਿਰ ਤੋਂ ਬਸਾਇਆ। ਉਸਨੇ ਪ੍ਰਜਾ ਦੀ ਸਹਾਇਤਾ ਕੀਤੀ, ਨਵੇਂ ਭਵਨ ਬਣਵਾਏ, ਵਪਾਰ ਨੂੰ ਵਧਾਇਆ। ਕੁਝ ਹੀ ਸਾਲਾਂ ਵਿੱਚ ਰਾਜ ਫਿਰ ਤੋਂ ਸਮਰਿੱਧ ਹੋ ਗਿਆ, ਪਰ ਇਸ ਵਾਰ ਰਾਜਾ ਦੇ ਮਨ ਵਿੱਚ ਕੋਈ ਘਮੰਡ ਨਹੀਂ ਸੀ। ਹਰ ਸਵੇਰੇ ਉਹ ਮਹਿਲ ਦੀ ਛੱਤ ਤੋਂ ਆਪਣੇ ਰਾਜ ਨੂੰ ਦੇਖਦਾ ਅਤੇ ਖੁਦ ਨਾਲ ਕਹਿੰਦਾ, ਮੈਂ ਮਿਹਨਤ ਕੀਤੀ, ਪਰ ਇਹ ਸਾਰਾ ਮੇਰੀ ਮਿਹਨਤ ਦਾ ਪਰਿਣਾਮ ਨਹੀਂ ਹੈ, ਇਹ ਈਸ਼ਵਰ ਦੀ ਕਿਰਪਾ ਵੀ ਹੈ। ਰਾਜਾ ਨੇ ਸੰਤ ਨੂੰ ਖੋਜਿਆ ਅਤੇ ਉਹਨਾਂ ਦੇ ਚਰਨਾਂ ਵਿੱਚ ਗਿਰ ਕੇ ਕਿਹਾ, ਗੁਰੂਦੇਵ, ਹੁਣ ਮੈਂ ਸਮਝ ਗਿਆ ਹਾਂ। ਮਿਹਨਤ ਕਰਨਾ ਸਾਡਾ ਕਰਤੱਵ ਹੈ, ਪਰ ਅੰਤਿਮ ਫੈਸਲਾ ਈਸ਼ਵਰ ਦੀ ਮਰਜ਼ੀ ਤੋਂ ਹੁੰਦਾ ਹੈ। ਸੰਤ ਮੁਸਕਰਾਏ ਅਤੇ ਬੋਲੇ, ਹੁਣ ਤੁਸੀਂ ਸੱਚਾ ਗਿਆਨ ਪ੍ਰਾਪਤ ਕਰ ਚੁੱਕੇ ਹੋ ਰਾਜਨ। ਜਦ ਤੱਕ ਤੁਹਾਡੇ ਅੰਦਰ ਮੈਂ ਨੇ ਕੀਤਾ ਦਾ ਅਹੰਕਾਰ ਸੀ, ਤਦ ਤੱਕ ਤੁਸੀਂ ਸੱਚਾਈ ਨਹੀਂ ਦੇਖ ਸਕੇ। ਹੁਣ ਜਦੋਂ ਤੁਸੀਂ ਸਵੀਕਾਰ ਕੀਤਾ ਕਿ ਹਰ ਚੀਜ਼ ਵਿੱਚ ਈਸ਼ਵਰ ਦੀ ਭੂਮਿਕਾ ਹੁੰਦੀ ਹੈ, ਤਾਂ ਹੀ ਤੁਹਾਨੂੰ ਸੱਚੀ ਸ਼ਾਂਤੀ ਮਿਲੀ। ਰਾਜਾ ਨੇ ਬਿਨਮਰਤਾ ਨਾਲ ਆਪਣਾ ਸਿਰ ਝੁਕਾ ਲਿਆ। ਹੁਣ ਉਹ ਸਿਰਫ ਇੱਕ ਰਾਜਾ ਨਹੀਂ ਸੀ, ਉਹ ਇੱਕ ਸੱਚਾ ਗਿਆਨੀ ਬਣ ਚੁੱਕਾ ਸੀ। ਦੋਸਤਾਂ, ਆਸ਼ਾ ਕਰਦਾ ਹਾਂ ਕਿ ਇਸ ਕਹਾਣੀ ਤੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਜੇ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ। ਤੁਹਾਡਾ ਇੱਕ ਲਾਈਕ ਅਤੇ ਸਬਸਕ੍ਰਾਈਬ ਸਾਨੂੰ ਅੱਗੇ ਵਧਣ ਲਈ ਮੋਟੀਵੇਟ ਕਰੇਗਾ। ਜੇ ਤੁਹਾਡੇ ਕੋਲ ਕੁਝ ਆਪਣੇ ਵਿਚਾਰ ਹੋਣ ਤਾਂ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਲਿਖ ਕੇ ਸਾਡੇ ਨਾਲ ਸਾਂਝੇ ਕਰੋ। ਤਾਂ ਮਿਲਦੇ ਹਾਂ ਅਗਲੀ ਕਹਾਣੀ ਵਿੱਚ। ਮਸਤ ਰਹੋ ਅਤੇ ਸਿਹਤਮੰਦ ਰਹੋ।